बिस्मिल्लाहिर्रहमानिर्रहीम। मेरे दोस्तों भाइयों अस्सलाम वालेकुम। अच्छा एक मेहरबानी करनी है भाई इसनू सरकपाइट भी करना लाइक करना सब्सक्राइब सब्सक्राइब करना सब्सक्राइब करना सब्सक्राइब ओ यार मैनू कहना नहीं आंदा। चलो समझ गए हुण। चलो लाइक चलिए शुरू करते हैं। कहानियां थानू सुनाइयां ने जी उसका अगला हिस्सा हुण दोबारा थानू सुना कल वाली कहानी दा अगला हिस्सा ते बोल लिया कर पढ़े लिखे बेवकूफ। जितो हंस पुछदा ਉਹਦੇ ਕੋਲੋਂ ਵੀ ਤੁਸੀਂ ਕਿੱਥੋਂ ਆ ਤੇ ਕੀ ਹਿਸਾਬ ਹੈ। हाँ ਅੱਛਾ ਉੱਥੋਂ ਸ਼ੁਰੂ ਕਰੋ। अच्छा ਉਹ ਜੀ ਕਹਿਣ ਲੱਗੇ ਵੀ ਅਸੀਂ ਤੇਰੇ ਵਾਸਤੇ ਨਾ ਤੂੰ ਸਾਡੀ ਇਤਨੀ ਇਮਦਾਦ ਕਰੀ ਸਾਡਾ ਇੰਨਾ ਖੈਰ ਖਾ ਹੋਇਆ ਤੇ ਗੱਲ ਇਹ ਵੀ ਤੇਰਾ ਵੀ ਅਸੀਂ ਕੁਝ ਸਬਬ ਸੋਚਦੇ ਹੈਲਪ ਕਰਾਂਗੇ ਹੈਲਪ ਕਰਦੇ ਉਹ ਜੀ ਆਪਣੇ ਉੱਡੇ ਉੱਡ ਕੇ ਉਹਨਾਂ ਨੇ ਪੂਰੀ ਦਿਹਾੜੀ ਦੇ ਵਿੱਚ ਨਾ ਜੀ ਇੱਧਰ ਉੱਧਰ ਫਿਰ ਕੇ ਆਪਣਾ ਸਰਵੇ ਕਰਕੇ ਉਹਨਾਂ ਨੇ ਆ ਕੇ ਦੱਸਿਆ। ਉਹਨਾਂ ਕੇ ਗੱਲ ਇਹ ਵੀ ਆਪਣੀ ਜਿਹੜੀ ਬਰਾਤ ਆ ਨਾ ਜਿਹੜੀ ਤੂੰ ਗੱਲ ਸੁਣਾਈ ਸੀ ਉਹ ਸਾਰੀ ਪੱਥਰ ਦੀ ਬੜੀ ਦਿਓ ਦੇ ਹੱਥੀ ਆ ਜਿਹੜੇ ਉਹਨੇ ਕਿਹਾ ਫਲਾਂ ਰਸਤੇ ਨੂੰ ਗਲਤ ਨੂੰ ਆਏ ਉਹ ਦੱਸਿਆ ਉਹਨਾਂ ਨੂੰ ਰਸਤਾ ਹੋਰ ਸੀਗਾ ਉਸ ਰਸਤੇ ਨੂੰ ਵਾਪਸੀ ਦੇ ਆਂਦੇ ਮਸਲਾ ਬਣਾ वाह जी वाह। ਆ ਕਿਸੇ ਨੇ ਜਾਣ ਕੇ ਭੁਲੇਖਾ ਪਾਇਆ ਭੁਲੇਖਾ ਪਾਤਾ ਵੀ ਨੇੜੇ ਨੂੰ ਆ ਕਿਸੇ ਨੇ ਗਲਤ ਰਾਹ ਗਲਤ ਰਾਹ ਤੇ ਲਾਤਾ। ਉਹਨੇ ਕਿਹਾ ਅੱਛਾ ਉਹਨੇ ਕਿਹਾ ਫਿਰ ਇਹਦਾ ਕੋਈ ਹੱਲ ਉਹਨੇ ਕਿਹਾ ਹੱਲ ਇਹੀ ਆ ਵੀ ਹੁਣ ਦਿਓ ਨਾ ਦੋ ਹੱਥ ਕਰਨੇ ਪੈਣੇ ਤਾਂ ਹੀ ਹੱਲ ਕੋ ਨਿਕਲਣਾ। ਅਖੀਰ ਜੀ ਯਾਨੀ ਉਸ ਮੁੰਡਾ ਜਿਹੜਾ ਸਤਵਾਂ ਸੀ ਉਹਦੀ ਗੱਲ ਹੈ ਉਹਨੂੰ ਸੁਣਾ ਰਿਹਾ ਹੰਸ ਸਰੀ ਜਾ वाह जी वाह। ਅਖੀਰ ਜੀ ਦਿਲਚਸਪ ਹੰਸ ਜਾ ਕੇ ਸਾਰੇ ਪ੍ਰੋਗਰਾਮ ਰਾਣਾ ਸ਼ਾਹ ਇਕਬਾਲ ਅਗਲਾ ਦੇਖ ਕੇ ਬੜਾ ਵੱਡਾ ਆ ਕੇ ਦੱਸ ਰਹੇ ਆ ਉਸ ਨੂੰ ਵੀ ਇਹ ਦੇਖ ਕੇ ਆਏ ਆ ਤੇ ਹੁਣ ਹੰਸ ਨੂੰ ਦਿਓ ਨੂੰ ਢਾਣਾ ਹਾਂ ਪਲੀਜ਼ ਤੇਰੀ ਅਸੀਂ ਨਾਲ ਮਦਦ ਕਰਾਂਗੇ। ਅਖੀਰ ਜੀ ਉਹ ਦਿਓ ਵਾਲੇ ਪਾਸੇ ਨਾ ਜੀ ਚਲਾ ਸਿੱਧਾ ਹੀ ਜਦੋਂ ਦਿਓ ਵਾਲੇ ਪਾਸੇ ਚਲਾ ਗਿਆ ਦਿਓ ਦੀ ਹਦੂਦ ਤੋਂ ਥੋੜਾ ਜਿਹਾ ਪਿੱਛੇ ਹੀ ਦਿਓ ਕਹਿ ਰਿਹਾ ਵੀ ਗੱਲ ਇਹ ਆ ਵੀ ਤੂੰ ਮੇਰੀ ਹਦੂਦ ਚ ਵੜਨ ਲੱਗਿਆ ਮੈਂ ਤੈਨੂੰ ਪੱਥਰ ਦਾ ਬਣਾ ਦੇਣਾ ਪਿਛਾੜ ਜਾ। ਉਹਨੇ ਕਿਹਾ ਮੇਰੇ ਇਤਨੇ ਆਵਾਜ਼ ਪੱਥਰ ਦਾ ਬਣਾਇਆ ਮੈਂ ਛਡਾਣ ਆਇਆ। ਉਹਨੇ ਕਿਹਾ ਤੂੰ ਕੱਲਾ ਕੀ ਕਰ ਲਗਾ ਇੱਥੇ ਨਹੀਂ ਬਰਾਤ ਤੇ ਕੁਛ ਕਰ ਨਹੀਂ ਸਕੀ ਤੇਰੇ ਇੰਨੇ ਬੰਦੇ ਸੀ ਧਮਕੀ ਲਾਤੀ। ਉਹਨੇ ਕਿਹਾ ਫਿਰ ਮੈਨੂੰ ਦੱਸ ਵੀ ਚੀਜ਼ ਆ ਗਈ ਵੀ ਮੈਂ ਵੀ ਤਾਂ ਕੁਛ ਤੇਰਾ ਹੱਲ ਕਰਨਾ। ਉਹਨੇ ਕਿਹਾ ਮੇਰਾ ਕੋਈ ਹੱਲ ਨਹੀਂ ਕਰ ਸਕਦਾ। ਵਾਪਸ ਆ ਗਿਆ। ਅੱਛਾ ਵਾਪਸ ਆ ਗਏ ਜੀ ਡਰ ਗਿਆ ਜਾਂ ਨਹੀਂ ਡਰਿਆ ਨਹੀਂ ਵੈਸੇ ਹਾਲਾਤ ਦੇਖ ਕੇ ਉਹਨੇ ਅਕਲਮੰਦੀ ਦਾ ਮੁਜ਼ਾਹਰਾ ਕੀਤਾ। ਵਾਪਸ ਆਇਆ ਜੀ। ਵਾਪਸ ਆ ਕੇ ਉਸਨੇ ਸੋਚਿਆ ਵੀ ਗੱਲ ਇਹ ਵੀ ਕੋਈ ਟਾਈਮ ਤੇ ਐਸਾ ਹੋਣਾ ਵੀ ਇਹ ਦਿਓ ਕਦੇ ਆਪਣੀ ਹਦੂਦ ਚੋਂ ਬਾਹਰ ਨਿਕਲਦਾ ਹੋਣਾ ਜਾਂ ਟੈਲੈਂਟ ਕਿਸੇ ਪਾਸੇ ਜਾਂਦਾ ਹੋਣਾ ਉਹ ਜੰਗਲ ਫਿਰਨ ਗਿਆ ਜੋ ਜੰਗਲ ਪਾਣੀ ਨੂੰ ਵੀ ਜਾਂਦਾ ਜੰਗਲ ਪਾਣੀ ਕਹਿ ਲੋ। ਅਖੀਰ ਉਹਨਾਂ ਪਰਿੰਦਿਆਂ ਨੇ ਦੁਬਾਰਾ ਜਦੋਂ ਸਰਵੇ ਕਰਕੇ ਨਾ ਜੀ ਪਰਿੰਦਿਆਂ ਨੂੰ ਕੁਛ ਨਹੀਂ ਕਹਿੰਦਾ ਕੋ ਪਰਿੰਦੇ ਨੇ ਕਿਹੜਾ ਕੁਛ ਦਿਓ ਦਾ ਵਿਗਾੜਨਾ ਨਾਲੇ ਉੱਚੇ ਉੱਡਦੇ ਸੀ ਨਾ ਉਹ। ਉਹਨਾਂ ਨੇ ਜੀ ਦੁਬਾਰਾ ਸਰਵੇ ਕਰਕੇ ਦੇਖਿਆ। ਅੱਛਾ ਉਹਨਾਂ ਨੇ ਕਿਹਾ ਜੀ ਦਿਓ ਦੇ ਮਕਾਨ ਜਿਹੜੇ ਬਣੇ ਹੈ ਨਾ ਅੰਦਰ ਉਸ ਮਕਾਨ ਦੇ ਅੰਦਰ ਇੱਕ ਲੜਕੀ ਹੈ ਦਿਓ ਉਸ ਦੀ ਆਸ਼ਿਕ। ਵਾਹ ਜੀ ਵਾਹ। ਉਹਨੇ ਕਿਹਾ ਵੀ ਉਹ ਲੜਕੀ ਤੁਹਾਨੂੰ ਦੱਸ ਸਕਦੀ ਹੈ ਇਹ ਕਿਸ ਟਾਈਮ ਜਾਂਦਾ ਕਿਸ ਟਾਈਮ ਘਾਟ। ਅੱਛਾ ਉਹਨੇ ਕਿਹਾ ਵੀ ਮੈਨੂੰ ਕੀ ਪਤਾ ਲੱਗਣਾ ਵੀ ਮੈਨੂੰ ਤੁਸੀਂ ਦੱਸੋ ਵੀ ਉਸ ਟਾਈਮ ਮੈਂ ਪਹੁੰਚਾਂ। ਵਾਹ ਜੀ ਵਾਹ। ਉਹਨੇ ਕਿਹਾ ਠੀਕ। ਉਹਨੇ ਦੇਖਿਆ ਟਾਈਮ ਤੇ ਦਿਓ ਜਦੋਂ ਉੱਥੋਂ ਜਾ ਕੇ ਆਦਮ ਬੋ ਕਰ ਨਿਕਲ ਜਾਂਦਾ ਜਦੋਂ ਆਉਂਦਾ ਸੀ ਆਦਮ ਕਰਕੇ ਆ ਜਾਂਦਾ ਸੀ। ਉਹ ਕੋਈ ਤਕਰੀਬਨ 2-3 ਘੰਟੇ ਵਿੱਚ ਟਾਈਮ ਹੁੰਦਾ ਸੀ। ਅੱਛਾ ਉਹ ਜੀ ਆਪਣਾ ਨਾ ਉਸ ਟਾਈਮ ਦੇ ਹਿਸਾਬ ਨਾਲ ਜੋ ਬੱਚੀ ਕੋਲ ਗਿਆ ਜਵਾਨ ਹਸੀਨ ਲੜਕੀ ਕੋ ਉੱਥੇ ਜਾ ਕੇ ਉਹਨੇ ਭੋਲਾ ਬੰਦਾ ਇਹ ਬੜੇ ਅੱਛੇ ਲੱਗਦਾ ਲੜਕੀ ਕੋਲੇ ਗਿਆ ਬਾਦਸ਼ਾਹ ਦਾ ਉਹਨੇ ਕਾਬੂ ਕੀਤੀ ਹੈ ਜੀ ਉਹਦੇ ਕੋਲ ਗਿਆ ਉਸ ਕੋਲ ਗਿਆ ਜੋ ਬੰਦੇ ਨੂੰ ਦੇਖ ਕੇ ਕਹਿੰਦਾ ਆਦਮ ਬੋ ਜਿਵੇਂ ਬਾਬਾ ਰੋਟੀਆਂ ਨੂੰ ਦੇਖ ਕੇ ਕਰਦਾ ਆ। ਉਸ ਕੋਲੋਂ ਪਹੁੰਚ ਕੇ ਉਹ ਹੱਸੀ ਰੋਈ। ਉਹਨੇ ਕਿਹਾ ਵੀ ਤੂੰ ਹੱਸੀ ਕਿਉਂ? ਉਹਨੇ ਕਿਹਾ ਹੱਸੀ ਦੇ ਵੀ ਮੈਂ ਤਾਂ ਮੁੱਤਾਬਾਦ ਬੰਦਾ ਆਦਮਜ਼ਾਦ ਦੇ ਰੋਏ ਇਸ ਕਰਕੇ ਦਿਓ ਆਉਣ ਵਾਲਾ ਤੇ ਸਰਕਾਰ ਮੇਰੀ ਤੇਰੇ ਕੜਾਕੇ ਜਗ ਦੇ ਬੜੇ ਮੁਸ਼ਕਲ ਹਾਲਾਤ ਬਣ ਗਏ ਤੇ ਵਾਸਤੇ। ਉਹਨੇ ਕਿਹਾ ਗੱਲ ਇਹ ਆ ਵੀ ਕੋਈ ਹੱਲ ਮੈਂ ਤੈਨੂੰ ਵੀ ਛਡਾਵਾਂ ਤੇ ਮੈਂ ਇਸ ਤੋਂ ਆਪਣੀ ਜਾਨ ਵੀ ਛਡਾਵਾਂ ਤੇ ਤੇਰੇ ਨਾਲ ਮੈਂ ਕੱਲ ਨੂੰ ਸ਼ਾਦੀ ਵੀ ਕਰਾਂ ਤਾਂ ਕਿ ਤੂੰ ਇਸ ਬੰਦੇ ਨੂੰ ਜਾਨ ਛੁੜੇ ਦਿਓ ਤੂੰ ਵੀ ਇਸ ਦਾ ਕੋਈ ਹੱਲ
ਉਹਨੇ ਕਿਹਾ ਵੀ ਗੱਲ ਇਹ ਵੀ ਮੇਰੇ ਨਾਲ ਪਿਆਰ ਮੁਹੱਬਤ ਬੜੀ ਕਰਦਾ। ਮੈਂ ਕਦੇ ਉਹਨੂੰ ਰਾਜ਼ ਨਹੀਂ ਪੁੱਛਿਆ। ਉਹਨੇ ਕਿਹਾ ਤੂੰ ਇਹਦੇ ਕੋਲ ਰਾਜ਼ ਪੁੱਛ ਵੀ ਤੇਰੀ ਜਾਨ ਕਿਹੜੀ ਚੀਜ਼ 'ਚ, ਜਾਨ ਕਿਹੜੀ ਚੀਜ਼ ਦਾ, ਜਾਂਦਾ ਕਿੱਥੇ, ਕੀ ਗੱਲਬਾਤ। ਜੇ ਅਗਰ ਤੇਰੀ ਜ਼ਿੰਦਗੀ ਜਾਨ ਕਾਹਦੇ ਜਾ ਗੱਲ ਤੇ ਅਸਲ ਮੈਨੇ ਅੱਛਾ ਅਖੀਰ ਜੀ ਉਸ ਨੂੰ ਉਹਨੇ ਮੱਖੀ ਬਣਾ ਕੇ ਸਾਡੇ ਵਾਸਤੇ ਬਾਬਾ ਸ਼ਬੀ ਬਾਬਾ ਹੈ ਯਾਰ ਸਿੱਧਾ ਭੋਲਾ ਜਿਹਾ ਹੈ। ਗੱਲ ਜਿਹੜੀ ਹੈ ਨਾ ਬੜੀ ਸਮਝਦਾਰੀ ਦੀ ਥੋੜੀ ਗੌਰ ਨਾਲ ਸਮਝੀ ਵਾਲੀ ਹੈ ਗੱਲ, ਪਤੇ ਦੀ ਹੈ ਇਹ। ਬਾਕੀ ਬਾਬਾ ਹੈ ਭੋਲਾ ਐਵੇਂ ਨਹੀਂ ਸੀ ਕਹਾਣੀਆਂ ਭੁੱਲ ਵੀ ਜਾਂਦਾ ਯਾਰ। ਉਹਨੇ ਜੀ ਬਾਦਸ਼ਾਹ ਦੇ ਮੁੰਡੇ ਨੂੰ ਨਾ ਰਾਣੀ ਨੇ ਉਸਨੇ ਜਾਂ ਸ਼ਹਿਜ਼ਾਦੀ ਨੇ ਜਾਂ ਜਿਹੜੀ ਚੀਜ਼ ਦੀ ਔਰਤ ਜ਼ਾਤ ਹੈ ਸੀ ਉਹਨੂੰ ਵੀ ਇਲਮ ਹੈ ਸੀ। ਅਗਰ ਜੋ ਦੀ ਉਹ ਸ਼ਗਿਰਦੀ ਜੀ ਰਹੀ ਸਹੀ ਮਸ਼ੂਕ ਰਹੀ ਜੋ ਵੀ ਉਸਨੇ ਸਾਰਾ ਭੇਦ ਜਾਣਦੀ ਸੀ। ਉਹਨੇ ਜੀ ਉਸ ਬੰਦੇ ਨੂੰ ਨਾ ਮੱਖੀ ਬਣਾ ਕੇ ਕਮਰੇ ਚ ਵੇਖ, ਉਹ ਬੰਦੇ ਨੂੰ ਮੱਖੀ ਬਣਾ ਕੇ ਕਮਰੇ ਚ ਵੇਖ। ਉਹਨੇ ਕਿਹਾ ਨਾਲੇ ਮੈਂ ਪੁੱਛ ਦੱਸ ਪੂਰੀ ਕਰ ਲੂ। ਆਦਮ ਉਹ ਕਰਕੇ ਜੀ ਦਿਓ ਆ ਗਿਆ। ਦਿਓ ਫਿਰਿਆ ਟੁਰਿਆ ਘੁੰਮਿਆ। ਉਸਨੇ ਕਿਹਾ ਗੱਲ ਇੱਥੇ ਬੰਦਾ ਹੈ। ਉਹਨੇ ਕਿਹਾ ਨਹੀਂ ਮੈਂ ਹੀ ਇਕੱਲੀ। ਉਹਨੇ ਕਿਹਾ ਮੈਨੂੰ ਬੋ ਆ ਰਹੀ ਇਹਦੇ ਵੀ ਇੱਥੇ ਕੋਈ ਬੰਦਾ ਸੀ ਤੇ ਇਹਨਾਂ ਗੱਲਾਂ ਬਾਤਾਂ ਕਰੀਆਂ। ਉਹਨੇ ਕਿਹਾ ਕੋਈ ਨਹੀਂ ਮੇਰੇ ਨਾਲ। ਉਹਨੇ ਕਿਹਾ ਮੈਂ ਤੇ ਤੂੰ। ਉਹਨੇ ਕਿਹਾ ਵੀ ਗੱਲ ਇਹ ਵੀ ਮੈਂ ਉਹਨੂੰ ਖਾ ਜਾਣਾ। ਉਹਨੇ ਕਿਹਾ ਤੂੰ ਮੈਨੂੰ ਹੀ ਖਾ ਲੈ। ਹੋਰ ਉਹ ਹੁਣ ਆਸ਼ਿਕ ਸੀ ਉਹਦਾ, ਉਹ ਮਸ਼ੂਕ ਸੀ, ਉਹ ਕਿੱਥੇ ਖਾਵੇ। ਅਖੀਰ ਦੀ ਸਬਰ ਉਹਨੇ ਕਿਹਾ ਮੈਨੂੰ ਇਹ ਦੱਸ ਵੀ ਤੂੰ ਆਨਾ ਆ ਕੇ ਚਲਾ ਜਾਨਾ, ਮੇਰੇ ਵਾਸਤੇ ਖਾਣ ਪੀਣ ਦਾ ਸਮਾਨ ਲੈ ਆਨਾ। ਪਰ ਗੱਲ ਇਹ ਵੀ ਮੈਨੂੰ ਇਹ ਤੇ ਦੱਸ ਵੀ ਜੇ ਖੁਦਾ ਨਾ ਖਾਸਦਾ ਵੀ ਤੇਰੇ ਨਾਲ ਕੋਈ ਹਬੀ ਨਬੀ ਬਣ ਜੇ ਤੇ ਮੈਨੂੰ ਦੱਸ ਵੀ ਮੈਂ ਕਿਹੜੇ ਪਾਸੇ ਜਾਣਾ ਤੇ ਤੂੰ ਤੇਰੀ ਉਹਦੇ ਕੋਲ ਹੈ। ਅੱਛਾ ਨਿਕਲਣਾ ਵਾਲਾ ਕੀ ਹੋਇਆ ਮੈਨੂੰ ਰਾਜ ਕੁਝ ਮੈਨੂੰ ਦੱਸ। ਉਸ ਤੋਂ ਬਾਅਦ ਤੂੰ ਕਿੱਥੇ ਜਾਣਾ, ਤੂੰ ਮਕਸਦ ਇਹ ਮਰਨਾ ਵੀ ਆ, ਤੈਨੂੰ ਕੋਈ ਮਾਰ ਦੇਵੇ ਪਤਾ ਮੈਂ ਪਿੱਛੋਂ ਰੰਡੀ ਹੋ ਜਾਵਾਂ। ਸਹੀ ਗੱਲ ਆ। ਉਹਨੇ ਕਿਹਾ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਦਿਓ ਤੇ ਸਰਕਾਰ ਮੇਰਾ ਤਾਂ ਕੋਈ ਪਰ ਨਹੀਂ ਵਿੰਗਾ ਕਰਦਾ। ਅੱਛਾ ਦਿਓਆਂ ਦੇ ਪਰ ਹੁੰਦੇ ਆ? ਨਹੀਂ ਉਹਨੇ ਕਿਹਾ ਮੇਰਾ ਤਾਂ ਪਰ ਨਹੀਂ ਵਿੰਗਾ ਕਰਦਾ। ਮੁੰਜ ਗੱਲ ਉਹਨੇ ਕਿਹਾ ਵੀ ਗੱਲ ਇਹ अस्सलाम वालेकुम। ਵਾਲੇਕੁਮ ਅਸਲਾਮ। ਉਹ ਲੜਕੀ ਨੇ ਉਸ ਲੜਕੇ ਨੂੰ ਕਿਹਾ ਵੀ ਮੈਂ ਹੁਣ ਮਸਲ ਉਸਕੋ ਸਾਰੀ ਮਾਲੂਮਾਤ ਕਰਦੀ ਹਾਂ। ਉਹ ਮੁੰਡੇ ਨੇ ਉਹਨੂੰ ਕਿਹਾ ਨਾ ਉਹਦੇ ਕੋਲ ਸੂਹ ਤਾਂ ਲੈ ਲਾ। ਬਿਲਕੁਲ ਉਹਨੇ ਕਿਹਾ ਜੀ ਮੈਂ ਉਹਦੇ ਕੋਲ ਸਾਰੀ ਮਾਲੂਮਾਤ ਕਰਨੀ ਹੈ ਪਰ ਉਹਦਾ ਟਾਈਮ ਹੋ ਗਿਆ ਆਣ ਦਾ। ਉਹਨੇ ਕਿਹਾ ਟਾਈਮ ਹੋ ਗਿਆ ਤਾਂ ਮੈਨੂੰ ਬਚਾ। ਉਹਨੇ ਜੀ ਉਹਨੂੰ ਮੱਖੀ ਬਣਾ ਕੰਨ ਤੇ ਲਾਤੇ। ਵਾਹ ਜੀ ਵਾਹ। ਦਿਓ ਆ ਗਿਆ ਜੀ ਆਦਮ ਬੋ ਕਰਦਾ, ਆਦਮ ਬੋ ਕਰ ਦੂਰ ਤੇ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਕੋਈ ਬੰਦਾ ਇੱਥੇ ਆਦਮ ਹੈ। ਉਹਨੇ ਕਿਹਾ ਜੀ ਮੈਨੂੰ ਤਾਂ ਨਹੀਂ ਕਿਸੇ ਪਾਸੋਂ ਨਜ਼ਰ ਹੈ, ਮੈਂ ਤਾਂ ਮੁੱਦਤਾ ਹੋ ਗਈ, ਮੈਂ ਤਾਂ ਤੈਨੂੰ ਦੇਖਦੀ ਆਪਣੇ ਮੈਂ ਹੀ ਉਹ ਸ਼ਰੀਫ ਆ। ਉਹਨੇ ਕਿਹਾ ਜੇ ਬਹੁਤਾ ਕਰਦਾ ਮੈਨੂੰ ਖਾ ਲਾ। ਜੇ ਆਦਮ ਵਾਲੀ ਗੱਲ ਮੈਂ ਖਾ ਜੂਗਾ ਇਹ ਕਰ। ਤੈਨੂੰ ਮੇਰੇ ਕਰੈਕਟਰ ਤੇ ਸ਼ੱਕ ਆ ਕੋਈ? ਹੁਣ ਤੇਰੀ ਬੰਦਾ ਸੀ ਵੀ ਇੱਕ ਜਗ੍ਹਾ ਹੋਵੇ ਤੇ ਉੱਥੇ ਕਿਸੇ ਦੀ ਜ਼ਰੂਰਤ ਹੈ। ਵਾਹ ਜੀ ਵਾਹ। ਫਿਰ ਜੀ ਸੋਚੀ ਪਿਆ ਰਹੇ ਵੀ ਗੱਲ ਇਹ ਵੀ ਬੋ ਵੀ ਆ ਰਹੀ ਆ ਤੇ ਹੈ ਵੀ ਕੋਈ ਅੱਜ ਬਾਰਿਸ਼ ਹੋਈ ਹੈ। ਬਾਰਿਸ਼ ਪੈ ਗਈ ਉਸਨੇ ਕੀ ਹੋ ਰਿਹਾ ਹੈ? ਪਾਵਲੀ ਟਾਕੀ ਜੀ ਲੱਗ ਰਹੀ ਹੈ। ਟਾਕੀ ਨਾ ਹੋ। ਅੱਛਾ ਅगर बारिश हो रही है तो पानी कितने छोड़ रहा है? अच्छा ਗਲਾ ਦੀ ਚੱਕ ਲੋ ਇਹ ਉੱਤੇ ਜਾ ਕੇ ਝੋਲੀ ਰੱਖ। मैं छोड़ ले भाई छोड़ ले। ਭਾਈ ओ मेरा जा। अच्छा ਚਲੋ ਜੀ। ਅਖੀਰ ਜੀ ਰਾਣੀ ਮਤਲਬ ਸ਼ਹਿਜ਼ਾਦੀ ਸੀ, ਰਾਣੀ ਸੀ, ਜਦ ਜੋ ਵੀ ਹਸੀਨ ਜਮੀਲ ਉਸਨੇ ਖੈਰ ਜੀ ਖਾਇਆ ਪੀਆ। वाह जी वाह। ਖਾ ਪੀ ਕੇ ਦਿਓ ਨੂੰ ਕਹਿਣ ਲੱਗੀ ਵੀ ਤੂੰ ਜੋ ਚਲਾ ਜਾਨਾ ਵਾਪਸੀ ਆਉਣ ਲੱਗਿਆ ਤੈਨੂੰ ਟਾਈਮ ਲੱਗਦਾ, ਮਰ ਗਿਆ ਕੋਈ ਮਸਲਾ ਬਣ ਗਿਆ ਕੋਈ ਮੈਨੂੰ ਤਾਂ ਦੱਸ ਦੇ ਮੈਂ ਤੇਰੇ ਪਿੱਛੇ ਆਣਾ ਜਾਂ ਕੀ ਕਰਨਾ ਕਿ ਮੈਂ ਇੱਥੇ ਖੁੱਡੇ ਚ ਮਾਰ ਮੇਰੇ ਨਾਲ ਇਹ ਆਪਣਾ ਕੋਈ ਐਡਰੈਸ ਐਸਾ ਦੇ ਦੇ। ਮਸਲਾ ਬਣ ਜਾਂਦਾ ਮੈਂ ਕੀ ਕਰਾਂ, ਕਿਵੇਂ ਆਵਾਂ, ਕਿਵੇਂ ਜਾਵਾਂ, ਮੈਂ ਪਿੱਛੇ ਰੰਡੀ ਹੋ ਜਾਵਾਂ। ਆਹੋ वाह जी वाह। ਜਾਂ ਹੋਰ ਵਿਆਹ ਕਰਾਣਾ। ਉਸਨੇ ਕਿਹਾ ਵੀ ਗੱਲ ਇਹ ਵੀ ਜੇ ਤਾਂ ਤੁਹਾਨੂੰ ਜ਼ਰੂਰਤ ਵਾਲੀ ਗੱਲ ਆ। ਉਹਨੇ ਕਿਹਾ ਵੀ ਆ ਪਰਿੰਦੇ ਦਾ ਪਾਰਾ ਸੂਰਜ ਨੂੰ ਝਾਤੀ ਮਾਰਨੀ ਤੇ ਮੈਂ ਹੱਥ। ला क्या सही ना। ਉਹਨੇ ਕਿਹਾ ਰਹਿ ਗਈ ਗੱਲ ਇਹ ਵੀ ਜੇ ਤੈਨੂੰ ਮੈਨੂੰ ਵਾਲੀ ਗਾਣੀ ਆ ਪਰ ਮੇਰੇ ਤੇ ਤੱਕ ਬੰਦਾ ਕੋ ਆਪਣੀ ਨਹੀਂ ਸਕਦਾ। ਉਹਨੇ ਕਿਹਾ ਫੇਰ ਵੀ ਉਹਨੇ ਕਿਹਾ ਵੀ ਇੱਥੋਂ ਤਕਰੀਬਨ 3 ਆਪਣਾ ਤੈਵਾਂ ਅੱਗ ਦੀਆਂ ओए होए ਉਹ ਪਾਰ ਕਰਨੀਆਂ ਪੈਣੀਆਂ। ਵੀ 7 ਮੀਲ ਜਾਂ 10 ਮੀਲ ਦੂਰ 3 ਤੈਵਾਂ ਅੱਗ ਦੀਆਂ। ਉਸ ਤੋਂ ਅੱਗੇ ਇੱਕ ਸਮੁੰਦਰ, ਬੜੀ ਵੱਡੀ ਨਹਿਰ। कितने रह रहे? ਉਸਨੇ ਕਿਹਾ ਉਸ ਤੋਂ ਅਗਲੇ ਪਾਸੇ ਇੱਕ ਦਰਖਤ, ਨਵੀਂ ਦੁਨੀਆ। ਉਸ ਦਰਖਤ ਤੇ ਇੱਕ ਪਿੰਜਰਾ ਟੰਗਿਆ। ਇੱਕ ਪਿੰਜਰਾ ਟੰਗਿਆ। ਨਹੀਂ ਇਹ ਗੱਲ ਸੂਫੀ ਗੱਲ ਬੜੀ ਉਹਨੇ ਕਿਹਾ ਸਵਾਦੀ ਜੀ ਹੈ ਜਰਾ ਸੁਣਨ ਵਾਲੀ।
ਉਹਨੇ ਕਿਹਾ ਉਹਦੇ ਚ ਤੋਤਾ ਹੈ, ਉਹਦੇ ਚ ਮੇਰੀ ਜਾਨ ਹੈ। ਪਰ ਮੇਰੇ ਦੋ ਫੌਜੀ ਜਿਹੜੇ ਉੱਥੇ ਦੀ ਪਹੁੰਚੇ ਨਹੀਂ ਦਿੰਦੇ ਬੰਦੇ ਨੂੰ, ਅਗਰ ਕੋਈ ਬੰਦਾ ਪਹੁੰਚ ਵੀ ਜਾਏ। ਉਹ ਫੌਜੀ ਕਿੱਥੇ ਸੀ? ਤੋਤੇ ਕੋਲ ਖੜੇ ਸੀ। ਅੱਛਾ ਤੋਤੇ। ਉਹਨੇ ਕਿਹਾ ਵੀ ਉਹ ਕੌਣ? ਉਹਨੇ ਕਿਹਾ ਬੰਦਾ ਹੱਦ 'ਚ ਵੜਿਆ ਨਹੀਂ ਤੇ ਇੱਕ ਮੇਰੇ ਕੋ ਕਾਂ 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 ਕਰਕੇ ਸ਼ੋਰ ਇਤਨਾ ਕਰਦਾ ਨਾ। ਖਬਰ ਉਹਨੇ ਕਿਹਾ ਜੀ ਅਜ਼ਦਹਾ ਆ ਜਾਂਦਾ। ਉਹਨੇ ਕਿਹਾ ਜਿਹੜਾ ਵੀ ਉੱਥੇ ਗਿਆ, ਅੱਜ ਕੱਲ ਦਾ ਕੈਮਰਾ ਸਮਝ ਲਓ, ਹਾਂ। ਸੀਸੀਟੀਵੀ ਕੈਮਰਾ, ਉਹਨੇ ਕਿਹਾ ਸਰਕਾਰ ਮੇਰੀ ਉਹ ਬਸ ਸੀਸੀਟੀਵੀ ਕੈਮਰਾ। ਉਹਨੇ ਕਿਹਾ ਜੀ ਉਸ ਬੰਦੇ ਨੂੰ ਨਾ ਖਾ ਜਾਂਦੇ, ਉਹ ਤੋਤੇ ਟਾਪੜੇ ਵਾਲੀ ਗੱਲ ਹੀ ਕੋਈ। ਵਾਹ ਜੀ ਵਾਹ। ਜੇ ਉਹਦੇ ਤੋਂ ਬਚਿਆ। ਉਹਨੇ ਕਿਹਾ ਬਚਿਆ ਤਾਂ ਤੋਤੇ ਨੂੰ ਫੜਨਾ ਨਾ। ਅਖੀਰ ਉਹਨੇ ਕਿਹਾ ਠੀਕ ਹੈ। ਅੱਛਾ ਅਖੀਰ ਉਹ ਚਲਾ ਗਿਆ। ਉਹ ਘੰਟੇ ਗੁਜ਼ਾਰ ਕੇ ਜੋ ਵੀ ਆਪਣੀ ਨਾ ਮਰੇ ਉਹ ਜਿਸ ਤੇ ਬੋਰ ਹੋਣਾ ਹੋਵੇ ਦੱਸ ਦਿਓ ਭਾਈ, ਬੰਦ ਕਰਦਾ ਹੈ। ਮਜ਼ਾ ਆ ਰਿਹਾ ਕਿ ਨਹੀਂ ਆ ਰਿਹਾ? ਬੜੀ ਹਾਂ ਸਾਰੀ ਚੱਲ ਗੌਰ ਨਾਲ ਸੁਣ ਰਿਹਾ ਇਸ ਵੇਲੇ ਦੂਰ ਚਲਾ ਗਿਆ ਨਾ, ਟਾਈਮ ਮਾਲੂਮ ਹੋ ਗਿਆ ਵੀ ਹੱਥ ਚੋਂ ਬਾਹਰ ਨਿਕਲ ਗਿਆ। ਵਾਹ ਜੀ ਵਾਹ। ਉਹਨੇ ਫਿਰ ਕੋ ਮੰਤਰ ਪੜਿਆ, ਉਹਨੂੰ ਮੱਖੀ ਨੂੰ ਲਿਆ ਕੇ ਬੰਦਾ ਬਣਾ। ਉਹ ਕੁੜੀ ਨੇ। ਕੁੜੀ ਅੱਛਾ ਅੱਛਾ ਉਹਨੇ ਕਹਿਲਾ ਸਜਣਾ ਗੱਲ ਆ ਪਿਆ ਵਾ, ਅੱਛਾ ਸੁਣ ਲਈ ਸਾਰੀ ਆ ਬਸ ਚੀਜ਼ ਆ ਗਈ ਵੀ ਹੁਣ ਤੂੰ ਜਾਣੇ ਤੇਰਾ ਕੰਮ ਜਾਣੇ। ਮੈਂ ਤਾਂ ਉਹਦਾ ਆਖਰੀ ਦਮ ਤੱਕ ਮੈਂ ਛੁੱਟੀ ਤੋਂ ਕੀ ਮੈਂ ਤਾਂ ਉਹਨੇ ਆਖਰੀ ਤਹਿ ਤੱਕ ਪਹੁੰਚ ਗਿਆ। ਉਹਨੇ ਸੁਣਾਈ ਸੁਣੀ, ਉਹਨੇ ਕਿਹਾ ਬਿਲਕੁਲ ਠੀਕ ਆ, ਅੱਲਾ ਖੈਰ ਕਰੇਗਾ, ਮੈਂ ਜ਼ਿੰਦਾ ਰਿਹਾ ਮੇਰੇ ਪੁੱਛਾਂ ਤੈਨੂੰ ਇੱਥੋਂ ਛੁਡਾ ਵੀ ਲਊਂਗਾ, ਵਿਆਹ ਵੀ ਕਰੂੰਗਾ ਤੇ ਆਪਣੀ ਮੀਆਂ ਜਿਹੜੀ ਸਲਤਨਤ ਹੈ ਮੇਰੇ ਦਿਓ ਦੇ ਪੱਥਰ ਬਣਾਏ ਉਹ ਵੀ ਛਡਾਊਂਗਾ। ਉਹਨੇ ਕਿਹਾ ਹੁਣ ਮੈਨੂੰ ਇਜਾਜ਼ਤ ਦੇ। ਬੰਦਾ ਰਿਹਾ ਸੀ ਭਾਈ, ਬੰਦਾ ਦਿਓ ਨਾਲ ਪੰਗਾ ਲੈਣਾ ਸੌਖਾ ਆ। ਅੱਛਾ ਚਲਾ ਗਿਆ ਜੀ ਮੁੰਡਾ ਉਹ। ਸਾਨੂੰ ਇਹਦੇ ਨਾਲ ਲੈ ਕੇ ਨਹੀਂ ਪਤਾ ਲੱਗ ਰਿਹਾ। ਚਲਾ ਗਿਆ ਜਾ ਕੇ। ਉਸ ਜਾਨਵਰ ਬੜਾ ਤਕੜਾ ਜਾਨਵਰ ਸੀਗਾ। ਕਿਹੜਾ? ਉਹ ਜਿਹੜਾ ਪਰਿੰਦਿਆਂ ਦੇ ਹੰਸ। ਲਾ ਲਓ ਨਾ, ਉਹ ਮਤਲਬ ਬਹੁਤ ਬੜਾ ਤਕੜਾ। ਅਸਲ ਪਤਾ ਕੀ ਰਾਣਾ ਜੀ, ਹੁਣ ਤਾਂ ਮਸਲ ਮਾਸ਼ਾਅੱਲਾ ਮਜ਼ਾ ਆ ਰਿਹਾ ਆ। ਦੇਖੋ ਜੀ ਮਰਾਸੀਆਂ ਨੇ ਗੱਲਾਂ ਸੁਣਾਈਆਂ, ਬੜੀ ਦਿਲਚਸਪ ਸੀਗੀਆਂ, ਹਕੀਕਤ ਵੀ ਸੀ। ਅਸੀਂ ਇਹੀ ਸਮਝਦੇ ਰਹੇ ਵੀ ਹੰਸ ਇੱਕ ਘੋੜੇ ਜਿੱਡਾ ਜਾਨਵਰ। ਜਦੋਂ ਹੁਣ ਅੱਜ ਦੇਖਿਆ ਨਾ ਚੈਨਲਾਂ ਤੇ ਹੰਸ ਮੈਂ ਐਡੀ ਇੱਕ ਬੱਤਖ ਜਿੱਡੀ ਆ ਹੁੰਦਾ ਉਹ ਜਾਨਵਰ। ਬੱਤਖ ਤੋਂ ਵੀ ਛੋਟਾ। ਚੱਲ ਬਹਿਰਲ ਤੁਹਾਨੂੰ ਇਜਾਜ਼ਤ ਹੈ ਜੀ ਮਰਜ਼ੀ। ਨਹੀਂ ਮੈਂ ਕਹੋ ਹੰਸ ਜਾਨਵਰ ਸੀ, ਮਸਲ ਉਹ ਚ ਬਹੁਤ ਬੜਾ ਜਾਨਵਰ ਹੰਸ ਹੀ ਸੀ। ਹੰਸ ਨਹੀਂ ਸੀ ਉਹ। ਅੱਛਾ ਚਲੋ ਜਿਹੜੀ ਬਲਾ ਵੀ ਸ਼ੁਤਰਮੁਰਗ ਸੀ। ਕਹਿ ਲੋ ਯਾਰ, ਸ਼ੁਤਰਮੁਰਗ ਵੀ ਤਾਂ ਬਹੁਤ ਬੜਾ ਹੁੰਦਾ। ਉਸ ਦੇ ਉਹ ਜੀ ਉੱਥੋਂ ਆਪਣੇ ਹਦੂਦ ਚੋਂ ਉਸ ਦੀ ਦਿਓ ਚੋਂ ਬਾਹਰ ਨਿਕਲਿਆ। ਉਹ ਜਾਨਵਰ ਨੇ ਬਿਠਾਇਆ ਉੱਤੇ ਝਾੜੀ ਮਾਰੀ ਲੈ ਕੇ ਨਿਕਲ ਗਿਆ ਆਪਣੇ ਉੱਥੇ ਹੀ ਬੱਚਿਆਂ। क्या सुन रही है सादे चाचा आइए तेरे मुंह तेरे ਉੱਥੇ ਜੀ ਬੈਠੇ क्या सुन आ रही है? ਉਸਨੇ ਅੱਗੋਂ ਬੰਦੇ ਨੇ अपने एक छोटा पड़ा ना चल कोटे छोटा ले आओ ਉੱਥੇ ਜੀ ਜਦੋਂ ਪਹੁੰਚ ਗਏ ਉਹਨੇ ਕਿਹਾ ਗੱਲ ਇਹ ਆ तैयार हो जा ਵੀ ਆ ਜਿਹੜੀਆਂ ਤਿੰਨ ਤਹਿਵਾਂ ਅੱਗ ਦੀਆਂ ਇੱਥੋਂ ਟੱਪੂ ਕੌਣ? ਤਿੰਨ ਤਹਿਵਾਂ ਅੱਗ ਦੀਆਂ ਉਹਨੇ ਕਿਹਾ ਵੀ ਟੱਪੇ ਕੌਣ? ਯਾਨੀ ਕਿ ਸਖਤ ਤੋਂ ਬੋਲਦਾ ਨਹੀਂ, ਅੱਗ ਭਾਗ ਦੀ ਉਹ ਜਿਹੜਾ ਜਾਨਵਰ ਉਹ ਉੱਠ ਕੇ ਟੱਪ ਨਹੀਂ ਸਕਦਾ। ਇਹੀ ਤਾਂ ਪਾਊਗਾ। ਅੱਲਾ ਦੇ ਬੰਦਿਆ ਇਤਨੀ ਅੱਗ ਬੜ ਰਹੀ, ਇਤਨਾ ਸੇਕ ਆ, ਤੂੰ ਤਾਂ ਅਸਮਾਨਾਂ ਦੀ ਲੈਟ ਆ। ਉਹ ਸਾਥੀ ਬੋਲਦਾ ਨਹੀਂ, ਉਹ ਥੱਲੇ ਨਹੀਂ ਸੀ ਤਹਿਵਾਂ, ਤੂੰ ਤਾਂ ਤੱਕ ਸੀ ਚਬਲ ਬੰਦਾ ਟੱਪ ਹੀ ਨਹੀਂ ਸਕਦਾ ਸੀ। ਭਾਂਬੜ ਬੜ ਮਾਰ ਲਿਆ। ਜਿਵੇਂ ਪੱਕੀ ਨੂੰ ਅੱਗ ਲਾ ਦਿੰਦੇ, ਕਿੱਥੇ ਦੀ ਲੈ ਕੇ ਜਾਂਦੀ ਹੈ। ਚਵੜਾ ਮਾਰਦਾ ਤੂੰ ਤੇ ਕਸਮ ਐਡੀ ਅਖੀਰ ਜੀ ਉੱਥੇ ਬੈਠੇ ਉਹ ਮਸ਼ਵਰਾ ਕਰ ਰਿਹਾ ਉਹਦੇ ਨਾਲ। ਉਹਨੇ ਕਿਹਾ ਗੱਲ ਇਹ ਆ ਵੀ 7 ਤਹਿਵਾਂ ਉਹ 13 ਤਹਿਵਾਂ ਮੈਂ ਟੱਪਾਂ ਕੀ। ਉਸ ਤੋਂ ਬਾਅਦ ਕਹਿਣ ਲੱਗਾ ਵੀ ਮੈਂ ਸਮੁੰਦਰ ਵਾਲੀ ਕਹਾਣੀ ਤੇ ਚਲੋ ਹੈ ਵੀ ਤਰ ਕੇ ਜਾਵਾਂ ਕਿਸੇ ਸ਼ਹਿਰ ਤੇ ਜਾਵਾਂ, ਅਗਲਿਆਂ ਨਾਲ ਤਾਂ ਮੈਂ ਨਿਬੜ ਲੂਗਾ, ਪਰ ਅੱਗ ਵਾਲੀ ਕਿਵੇਂ ਕਹਾਣੀ? ਕੀ ਹਿਸਾਬ ਉਹ ਸਮੁੰਦਰ ਚੋਂ ਪਾਣੀ ਪਾ ਲੈਂਦਾ, ਬੁਝਾ ਲੈਂਦਾ। ਸਮੁੰਦਰ ਕਿਤੇ ਐ ਨੇੜੇ ਤੇ ਗੱਲ ਬੰਦੇ ਸਿਆਣੀ ਕੀਤੀ ਉੱਤੇ ਆਪੜਦਾ ਤੇ ਪਾਣੀ ਲੈਂਦਾ ਨਾ। ਪਹਿਲਾਂ ਅੱਗ ਸਮੁੰਦਰ ਦੇ ਬਾਅਦ ਹੀ ਜਾ ਉਹ ਖਬਰ ਇਹ ਵੀ ਨਹੀਂ ਚਬੜ ਮਾਰੀ ਤੂੰ ਗੱਲ ਦਾ ਸਵਾਦ ਰੱਬ ਜਾਓ ਜੀ। ਗੱਲ ਬੜੀ ਚਾਹ ਸਾਰੀ। ਅਖੀਰ ਜੀ ਉਸਨੇ ਕਿਹਾ ਵੀ ਗੱਲ ਇਹ ਵੀ ਤੈਨੂੰ ਲੈ ਕੇ ਮੈਂ ਜਾਊਂਗਾ ਅੱਛਾ ਤੇ ਮੀਆਂ ਚੜ ਮੇਰੇ ਉੱਤੇ, ਪਰ ਇਹ ਵੀ ਜਿੱਥੇ ਅੱਗ ਵਾਲੀ ਕਹਾਣੀ ਹੈ ਨਾ, ਮੈਨੂੰ ਪੈਟਰੋਲ ਚਾਹੀਦਾ ਖਾਣ ਪੀਣ ਨੂੰ। ਵਾਹ ਤੇ ਮੈਂ ਖਾਉ ਪੀਊਂਗਾ ਤੇ ਮੈਂ ਡਾਰੀ ਮਾਰ ਕੇ ਧੱਕਾ ਮਾਰਿਆ। ਉਹਨੇ ਕਿਹਾ ਵੀ ਉਹ ਕਿਵੇਂ? ਉਹਨੇ ਕਿਹਾ ਵੀ 3 ਤਹਿਵਾਂ ਪਤਾ ਨਹੀਂ 7 ਕੀ ਸੀਗੇ। ਉਹਨੇ ਕਿਹਾ ਜਿਤਨੀ ਤਹਿਵਾਂ ਹੈ ਨਾ, ਉਹਨੇ ਕਿਹਾ ਵੀ ਉਤਨਾ ਨਾ ਕਮ ਸੇ ਕਮ 2-2 ਜਾਂ 3-3 ਕਿਲੋ ਗੋਸ਼ਤ। ਉਹਨੇ ਕਿਹਾ ਬੜਾ। ਜਦੋਂ ਤਹਿ ਵਾਲੀ ਕਹਾਣੀ ਬਣੇ ਮੈਂ ਮੂੰਹ ਅੱਡਿਆ ਕਰੂ, ਮੇਰੇ ਮੂੰਹ ਚ ਪਾ ਦੇ।
ਸਾਡੇ ਦੇ ਸ਼ੌਕ ਰੱਖੋ ਤੇ ਕਹਿੰਦੇ ਉਹਨੇ ਕਿਹਾ ਮੈਂ ਤੇ ਤਾਕਤ ਆਉ ਇਹ ਮਾਮੇ ਦੇ ਘਰ ਹੈ ਮੇਰੇ ਕੋਲ ਪਰਵਾਜ਼ ਸੀ ਪਰਵਾਜ਼ ਹੈ ਜਿਵੇਂ इरफान ने पठान लेंदे हो करे जी गोश्त खाएंगे तो एनर्जी पैदा होगी ताकत आई ਪ੍ਰੋਟੀਨ ਚਾਹੀਦੀ ਉਹਨੇ ਕਿਹੜੀ ਗੱਲ ਹੈ ਵੀ ਮੈਂ ਤਾਂ ਉੱਥੇ ਛੜ ਜੂੰਗਾ ਬਲ ਜੂੰਗਾ ਬਸ ਚੀਜ਼ ਆ ਗਈ ਮੇਰੇ ਚ ਕਮਜ਼ੋਰੀ ਬਣ ਜਾਏਗੀ ਪਸੀਨਾ ਪਸੀਨ ਹੋਊਗਾ ਬਿਹਤਰ ਇਹ ਆ ਵੀ ਮੈਨੂੰ ਕੋ ਪੈਟਰੋਲ ਮਿਲੇਗਾ ਤੇ ਮੈਂ ਉਹ ਡਾਰੀ ਹੋਰ ਉੱਚੀ ਮਾਰਾਂਗਾ ਪਹਿਲਵਾਨ ਬੰਦਾ ਜੀ ਉਹਨੇ ਕਹੀ ਠੀਕ ਆ ਵਾਹ ਜੀ ਵਾਹ ਉਹਨੇ ਉਹਨਾਂ ਗੋਸ਼ਤ ਦੇ ਟੁਕੜੇ ਬਣਾ ਕੇ ਨਾ ਆਪਣੇ ਨਾਲ ਰੱਖ ਗ੍ਰਿਲ ਕਰ ਲਿਆ ਮਤਲਬ ਬੱਕਰਾ ਕਰ ਲਿਆ ਜ਼ੀਬਾ ਕੋ ਫੜ ਕੇ ਜਾਂ ਯਾਰ ਬਾਦਸ਼ਾਹ ਦਾ ਜਾਂ ਹਰਨ ਸੀ ਜੋ ਨਹੀਂ ਥੋੜਾ ਕੱਚਾ ਖਾ ਰਿਹਾ ਸੀ ਕੱਚਾ ਹੰਸ ਨੇ ਖਾਣਾ ਸੀ ਨਾ ਜਿਹੜੀ ਜਾਨਵਰ ਨੇ ਖਾਣਾ ਜਾਨਵਰ ਨਹੀਂ ਖਾਣੇ ਹਾਂ। ਸਮੇਂ ਬੰਦੇ ਨਹੀਂ ਖਾਣੇ ਜਾਨਵਰ ਦੇ ਉੱਤੇ ਬੈਠੇ ਜੋ ਬੰਦਾ ਸੌਰਾ ਕੀ ਨਵਾਬ ਉਹਨੇ ਜੀ ਉਤਨੇ ਟੁਕੜੇ ਬਣਾ ਕੇ ਉਹ ਵੀ ਨਾਲ ਰੱਖ ਲਏ ਆ ਜਾ ਉਹਦਾ 5-7 ਮੀਲ ਸਫ਼ਰ ਕਰਿਆ ਨਾ